ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤਾਂ ਦੇ ਮਾਲਿਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਪਿਆਰ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗਰੀਬ ਨਿਵਾਜ ਗੁਰਬਾਣੀ ਅੰਦਰ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਨੇ, ਐ ਪ੍ਰਭੂ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮੇਰੇ ਮਾਲਕਾ, ਮੈਂ ਕਿਹੜੇ ਕਿਹੜੇ ਤੇਰੇ ਗੁਣਾਂ ਨੂੰ ਬਿਆਨ ਕਰਾਂ, ਕਿਹੜੇ ਕਿਹੜੇ ਤੇਰੇ ਗੁਣ ਗਾਵਾਂ। ਔਰ ਮੇਰੇ ਮਾਲਕ ਜੀ, ਤੂੰ ਗੁਰਾਂ ਦਾ ਅਥਾਹ ਖਜ਼ਾਨਾ ਹੈ, ਤੂੰ ਸਾਹਿਬ ਗੁਣੀ ਨਿਧਾਨਾ। ਨਿਧਾਨਾ ਦਾ ਅਰਥ ਹੁੰਦਾ ਖਜ਼ਾਨਾ। ਤੂੰ ਅਥਾਹ ਗੁਣਾਂ ਦਾ ਖਜ਼ਾਨਾ ਹੈ ਮੇਰੇ ਮਾਲਕ ਜੀ। ਮੈਂ ਕਿਹੜੇ ਕਿਹੜੇ ਤੇਰੇ ਗੁਣਾਂ ਨੂੰ ਬਿਆਨ ਕਰਾਂ, ਕਿਹੜੇ ਕਿਹੜੇ ਗੁਣ ਗਾਵਾਂ। ਤੁਮਰੀ ਮਹਿਮਾ ਵਰਨ ਨਾ ਸਕੂੰ, ਐ ਮੇਰੇ ਮਾਲਕ ਤੂੰ ਕਿੱਡਾ ਵੱਡਾ ਹੈ, ਕਿੱਡਾ ਉੱਚਾ ਹੈ। ਕਿੰਨੀ ਤੇਰੀ ਖੰਡਾਂ ਬ੍ਰਹਿਮੰਡਾਂ ਦੇ ਅੰਦਰ ਮਹਿਮਾ ਹੋ ਰਹੀ ਹੈ। ਕਿੰਨੇ ਜੀਵ ਜੰਤ ਤੇਰਾ ਸਿਮਰਨ ਕਰ ਰਹੇ ਨੇ, ਨਾਮ ਜਪ ਰਹੇ ਨੇ, ਕੋਈ ਆਦ ਅੰਤ ਨਹੀਂ ਹੈ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕਰ ਊਚ ਭਗਵਾਨ, ਤੂੰ ਠਾਕਰ ਹੈ। ਠਾਕਰ ਦਾ ਅਰਥ ਹੁੰਦਾ ਸਾਰੇ ਜੀਵ ਜੰਤੂਆਂ ਦਾ ਮਾਲਕ। ਊਚ ਹੈ, ਤੂੰ ਉੱਚਾ ਹੈ, ਤੇਰੇ ਬਰਾਬਰ ਦਾ ਕੋਈ ਨਹੀਂ, ਤੇਰੇ ਤੋਂ ਵੱਡਾ ਵੀ ਕੋਈ ਨਹੀਂ ਹੈ। ਭਗਵਾਨਾ, ਸਾਰਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ, ਸਾਰਿਆਂ ਦਾ ਮਾਲਕ ਹੈ ਤੂੰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕੋਈ ਗਿਣਤੀ ਮਿਣਤੀ ਨਹੀਂ ਹੈ। ਕਿੰਨੇ ਜੀਵ ਜੰਤੂ ਉਸ ਪਰਮਾਤਮਾ ਦਾ ਸਿਮਰਨ ਕਰ ਰਹੇ ਨੇ। ਗੁਰਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ ਨਾ, ਉਸਤਤ ਕਰੇ ਅਨੇਕ ਜਨ। ਅਨੇਕਾਂ ਹੀ ਪਰਮਾਤਮਾ ਦੇ ਜਨ ਜਿਹੜੇ ਨੇ ਉਹਦੀ ਉਸਤਤ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਅੰਤ ਨਾ ਪਾਰਾਵਾਰ, ਕੋਈ ਉਹਦੇ ਪੁਰਵਾਰਲਾ ਔਰ ਪਾਰਲਾ ਬੰਨਾ ਨਹੀਂ ਹੈ, ਕੋਈ ਗਿਣਤੀ ਮਿਣਤੀ ਨਹੀਂ ਹੈ। ਕਿੰਨੇ ਕੁ ਜੀਵ ਜੰਤੂ ਜਿਹੜੇ ਨੇ ਪਰਮਾਤਮਾ ਦੇ ਗੁਣਾਂ ਨੂੰ ਗਾ ਰਹੇ ਨੇ, ਬਿਆਨ ਕਰ ਰਹੇ ਨੇ। ਕੁਛ ਜੀਵ ਐਸੇ ਨੇ ਜਿਹੜੇ ਆਪਣੀ ਜ਼ੁਬਾਨ ਦੇ ਦੁਆਰਾ, ਜਿਵੇਂ ਮਨੁੱਖ, ਜਿਵੇਂ ਆਪਾਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ, ਕੁਛ ਐਸੇ ਜੀਵ ਨੇ ਜਿਹੜੇ ਬੋਲਦੇ ਵੀ ਨਹੀਂ, ਫਿਰ ਵੀ ਪਰਮਾਤਮਾ ਦੀ ਉਸਤਤ ਨੂੰ ਉਹ ਬਿਆਨ ਕਰਦੇ ਨੇ। ਕਿੰਨੇ ਕਿੰਨੇ ਸੋਹਣੇ ਸੋਹਣੇ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਨੇ। ਕਿੰਨੀ ਵਨਸਪਤੀ ਹੈ, ਕਿੰਨੇ ਫਲ ਫਰੂਟ ਨੇ, ਕਈ ਕੁਛ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ। ਔਰ ਜਦੋਂ ਵੀ ਆਪਾਂ ਕੋਈ ਵੀ ਵਸਤੂ ਜਿਹੜੀ ਹੈ ਉਹਦਾ ਸੇਵਨ ਕਰਨੇ ਆ, ਆਪਣੇ ਮਨ ਦੇ ਵਿੱਚ ਜੇ ਗੁਰਮੁਖ ਹਾਂ, ਮਨ ਦੇ ਵਿੱਚ ਆ ਜਾਵੇਗਾ ਵੀ ਐ ਪ੍ਰਭੂ ਤੂੰ ਕਿੱਡਾ ਬੇਅੰਤ ਹੈ। ਕੈਸੀਆਂ ਕੈਸੀਆਂ ਵਸਤੂਆਂ ਤੂੰ ਬਣਾ ਛੱਡੀਆਂ ਨੇ ਇਸ ਸੰਸਾਰ ਦੇ ਅੰਦਰ। ਤੇ ਸਤਿਗੁਰੂ ਜੀ ਕਹਿੰਦੇ ਉਸਤਤ ਕਰੇ ਅਨੇਕ ਜਨ, ਅੰਤ ਨਾ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵੇਦ ਅਣਕ ਪ੍ਰਕਾਰ। ਸਤਿਗੁਰੂ ਜੀ ਕਹਿੰਦੇ ਨੇ ਐ ਮੇਰੇ ਮਾਲਕ, ਤੂੰ ਜਿਹੜੀ ਰਚਨਾ ਰਚੀ ਹੈ ਇਹ ਸਾਰੇ ਬ੍ਰਹਿਮੰਡ ਦੀ, ਖੰਡਾਂ ਬ੍ਰਹਿਮੰਡਾਂ ਦੀ, ਬਹੁ ਵੇਦ ਬੜੇ ਤਰੀਕਿਆਂ ਦੇ ਨਾਲ, ਅਣਕ ਪ੍ਰਕਾਰ ਕਈ ਪ੍ਰਕਾਰ ਦੀ ਜੀਵ ਜੰਤੂ ਤੂੰ ਪੈਦਾ ਕੀਤੇ ਹੋਏ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇ ਹੋਰ ਜੀਵ ਜੰਤੂ ਵੀ ਉਸ ਪਰਮਾਤਮਾ ਦੇ ਗੁਣਾਂ ਨੂੰ ਕੁਛ ਚੁੱਪ ਚਪੀਤੇ ਬਿਆਨ ਕਰ ਰਹੇ ਨੇ, ਕੁਛ ਬੋਲ ਕੇ ਬਿਆਨ ਕਰ ਰਹੇ ਨੇ, ਤੇ ਸਤਿਗੁਰੂ ਜੀ ਕਹਿੰਦੇ ਐ ਮਨੁੱਖ ਤੂੰ ਹੀ ਫਿਰ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ। ਉਹ ਬੇਅੰਤ ਗੁਣਾਂ ਦੇ ਮਾਲਕ ਨੂੰ ਤੂੰ ਹੀ ਗਾਇਆ ਕਰ। ਅਥਾਹ ਗੁਣਾਂ ਦਾ ਉਹ ਸਾਗਰ ਹੈ, ਉਹਦੇ ਸਾਗਰ ਦੇ ਵਿੱਚੋਂ ਤੂੰ ਹੀ ਕੁਛ ਚੁਲੀਆਂ ਭਰ ਲਿਆ ਕਰ, ਤੂੰ ਹੀ ਮਾਲਕ ਦੇ ਗੁਣਾਂ ਨੂੰ ਗਾ ਲਿਆ ਕਰ। ਤੇ ਗੁਣ ਗਾਉਣ ਦੇ ਨਾਲ ਕੀ ਹੋਏਗਾ? ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੇ ਨਾਲ ਕੀ ਮਿਲੇਗਾ?
सतगुरु जी कहते हैं जो जन्मां जन्मां की साडे मन नूं मैल लगी हुई है ना विकारां दी, कर्मां कांडां दी व्यर्थ मैल लगी हुई है, वो लथ जाएगी। ਉਹਦਾ ही कारण मैल लगन का ही कारण है वार वार जन्म मरण जिहड़ा होना ना, जूनां दे विच भटकना, वो मैल का ही कारण है। ते सतगुरु जी कहते जे तू मालक दे गुणां नूं गावेंगा मन चित ला के, सतगुरु जी कहते गुण गावत तेरी उतरस मैल, परमात्मा के गुणां नूं गाउण दे नाल तेरे मन की मैल उतर जाएगी। बिन सजाए हौमे बिख फैल, सतगुरु जी कहते मन के अंदर जिहड़ी हौमे की जहर है ना, बिख जहर है जिहड़ी, वो खत्म हो जाएगी, बिन सजाएगी, वो खत्म हो जाएगी। और सतगुरु जी कहते फिर मन जिहड़ा सुरखरू हो जाएगा, मन के अंदर प्रभु परमात्मा का नाम जिहड़ा है वो टिक जाएगा। जो मैल निकल गई, खाली भांडा हो गया, ਉਹਦੇ अंदर फिर परमात्मा का नाम टिक जाएगा। इस करके सतगुरु जी सानू समझाते हैं गुरमुख बन के प्रभु परमात्मा का सिमरन करना है, नाम जपना है। कैसा जीवन बनेगा परमात्मा की बंदगी करन दे नाल। अज दे इस पावन पवित्र शब्द के अंदर सतगुरु जी कृपा कर रहे हैं। सुरजाना की तरह लड़ीवार तहत गुरबाणी की विचार नाल आपां जुड़िए और नाल बेनती करिए, सच्चे पातशाह बड़ियां तेरियां वड्डियां रहमतां ने, जिथे मनुखा जन्म बख्शिया ही और गुरसिखां दे घर दा जन्म बख्शिया ही, अमृत वेले दा जागना बख्शिया ही, किरपा कीती तेरे चरनां दे विच पहुंचे हां, एक किरपा होर कर दे। ऐ मेरे मालक एक रहमत होर कर दे। वो की है, तेरी गुरबाणी दीयां विचारां जिहड़ियां ने मेरे हिरदे दे अंदर वस जाण। ऐ प्रभु मेरे हिरदे दे अंदर वस जाण, तेरे उपदेश अनुसार मैं अपना जीवन जिहड़ा उहनूं बतीत करां, विकारां तो बच जावां, कर्मां कांडां तो बच जावां, तेरे चरनां नाल मेरा मन जुड़ जावे। ऐसी बेनती करते हुए करिए रचना पवित्र ते आखो जी सतनाम श्री वाहिगुरु साहिब जय। सतनाम श्री वाहिगुरु साहिब जय। सलोक महला तीजा। गुरमुख सच्चे भावंदे दर सच्चे सत्यार, साजन मन आनंद है गुर का शब्द विचार। अंतर शब्द वसाया दुख कटिया, चानन किया करतार। नानक रखनहारा रखसी, अपनी कृपा धार। साहिब श्री गुरु अमरदास सच्चे पातशाह गरीब निवाज सतगुरु जी कृपा करते हैं। गुरमुख सच्चे भावंदे जिहड़े गुरमुख बन जाते हैं ना, गुरु की मत हासिल कर लेंदे ने, गुरु की मत अनुसार अपना जीवन बतीत करते हैं, सिमरन करते हैं, नाम जपते हैं, बंदगी करते हैं परमात्मा की। सच्चे भावंदे सच्चे प्रभु परमात्मा वाहिगुरु जी नूं वो भा जाते हैं, वो चंगे लगते हैं। उस वाहिगुरु जी की नज़र दे विच वो प्रवान हो जाते हैं। दर सच्चे सचियार जदों परमात्मा की दरगाह दे विच जाते हैं ना, उत्थे भी उन्होंने आओ भगत होंदी है, उत्थे भी सच्चा सचियार होंदे ने, सच्चे होंदे ने। उत्थे भी सच्चे कौन होणगे? परमात्मा की दरगाह विच जिन्हां ने मन दे विचों विकारां दा नाश कर लिया और गुरबाणी दा प्रकाश कर लिया। जिस दे बाबत सतगुरु जी गुरबाणी अंदर फरमान करते हैं, दिलों मुहब्बत जिन से ही सच्चे आ। जिन्हां दी दिलों परमात्मा नाल मुहब्बत है ना, प्रेम है,
ਉਹੀ ਸੱਚੇ ਨੇ। ਤੇ ਸਤਿਗੁਰੂ ਜੀ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਜਿਨ੍ਹਾਂ ਦੇ ਮਨ ਦੇ ਵਿੱਚ ਤਾਂ ਕਿਸੇ ਹੋਰ ਦਾ ਆਸਰਾ ਹੈ, ਬਾਹਰੋਂ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਅਸੀਂ ਤਾਂ ਸਿੱਖ ਹਾਂ, ਗੁਰੂ ਦੇ ਸਿੱਖ, ਤੇ ਸਤਿਗੁਰੂ ਜੀ ਕਹਿੰਦੇ ਨੇ ਕੱਚੇ ਦੇ ਕੱਚੇ ਰਹਿ ਗਏ। ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਰੱਤੇ ਉਸ ਪਰਮਾਤਮਾ ਦੇ ਇਸ਼ਕ ਦੇ ਵਿੱਚ ਰੱਤੇ ਨੇ, ਪ੍ਰੇਮ ਦੇ ਵਿੱਚ ਰੱਤੇ ਨੇ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਦੂਸਰਾ ਪੱਖ ਕੀ ਹੈ, ਵਿਸਰਿਆ ਜਿਨ ਨਾਮ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ, ਤੇ ਭੋਏ ਭਾਰਤੀ ਹੈ। ਸਤਿਗੁਰੂ ਜੀ ਕਹਿੰਦੇ ਉਹ ਤਾਂ ਧਰਤੀ ਤੇ ਬੋਝ ਹੀ ਨੇ। ਇਸ ਕਰਕੇ ਉਹ ਧਰਤੀ ਤੇ ਇਕੱਲਾ ਬੋਝ ਨਹੀਂ ਹੁੰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ, ਉਹ ਪਰਿਵਾਰ ਤੇ ਵੀ ਬੋਝ ਹੁੰਦੇ ਨੇ, ਉਹ ਸਮਾਜ ਤੇ ਵੀ ਬੋਝ ਹੁੰਦੇ ਨੇ, ਉਹ ਦੇਸ਼ ਦੇ ਵੀ ਬੋਝ ਹੁੰਦੇ ਨੇ, ਆਪਣੇ ਆਪ ਤੇ ਵੀ ਉਹ ਬੋਝ ਹੁੰਦੇ ਨੇ। ਕਿਉਂਕਿ ਇਹ ਮਨੁੱਖਾ ਜਨਮ ਕੋਈ ਵਾਰ-ਵਾਰ ਥੋੜ੍ਹੀ ਮਿਲਣਾ ਹੈ। ਆਪਣੇ ਆਪ ਤੇ ਵੀ ਬੋਝ ਹੋਇਆ ਨਾ, ਜੇ ਮਨੁੱਖਾ ਜਨਮ ਸਫਲਾ ਹੀ ਨਾ ਕਰ ਸਕਿਆ, ਆਪਣੇ ਆਪ ਤੇ ਵੀ ਬੋਝ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਸੱਚੇ ਭਾਉਂਦੇ, ਸੱਚੇ ਜਿਹੜੇ ਨੇ ਗੁਰਮੁਖ ਦਰ ਸੱਚੇ ਸਚਿਆਰ, ਉਹ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੱਚੇ ਹੋ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਸਾਜਨ ਮਨ ਆਨੰਦ, ਉਹਨਾਂ ਸੱਜਣਾ ਦੇ, ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਸਦਾ ਆਨੰਦ ਹੀ ਆਨੰਦ ਰਹਿੰਦਾ, ਖੁਸ਼ੀਆਂ ਹੀ ਖੁਸ਼ੀਆਂ ਰਹਿੰਦੀਆਂ ਨੇ। ਕਾਹਦੇ ਨਾਲ? ਗੁਰ ਕਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਨੇ, ਜਿਵੇਂ ਆਪਾਂ ਰੋਜ਼ਾਨਾ ਜੁੜਦੇ ਹਾਂ। ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਸੱਜਣਾ ਦੇ ਮਨ ਦੇ ਅੰਦਰ ਖੇੜਾ ਰਹਿੰਦਾ, ਖੁਸ਼ੀਆਂ ਰਹਿੰਦੀਆਂ ਨੇ, ਹਰ ਵੇਲੇ ਖਿੜਾਓ ਦੇ ਵਿੱਚ ਰਹਿੰਦੇ ਨੇ। ਭਾਵੇਂ ਕੋਈ ਨਿੱਕਾ ਭਗਤ ਹੈ, ਭਾਵੇਂ ਕੋਈ ਵੱਡਾ ਭਗਤ ਹੈ, ਸਤਿਗੁਰੂ ਜੀ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਰਮਾਤਮਾ ਦੀ ਗੁਰਬਾਣੀ ਸੁਣਨ ਦੇ ਨਾਲ ਦੁੱਖਾਂ ਔਰ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਔਰ ਮਨ ਜਿਹੜਾ ਹੈ ਉਹ ਖਿੜਾਓ ਦੇ ਵਿੱਚ ਰਹਿੰਦਾ, ਖੁਸ਼ ਰਹਿੰਦਾ ਮਨੁੱਖ। ਕਿਉਂਕਿ ਕਿਹੜਾ ਐਸਾ ਦੁਨੀਆ ਦੇ ਅੰਦਰ ਮਨੁੱਖ ਹੈ ਜਿਹਨੂੰ ਕੋਈ ਵਿਪਤਾ ਨਾ ਹੋਵੇ, ਕੋਈ ਸੰਸਾਰੀ ਕੋਈ ਦੁੱਖ ਨਾ ਹੋਵੇ, ਕੋਈ ਸਰੀਰ ਵੱਲੋਂ ਦੁਖੀ ਹੈ, ਕੋਈ ਪਰਿਵਾਰ ਵੱਲੋਂ ਦੁਖੀ ਹੈ, ਕੋਈ ਕਿਸੇ ਰਿਸ਼ਤੇਦਾਰ ਵੱਲੋਂ ਦੁਖੀ ਹੈ, ਕੋਈ ਕਿਸੇ ਆਰਥਿਕ ਤੌਰ 'ਤੇ ਦੁਖੀ ਹੈ, ਕੋਈ ਕਿਸੇ ਤਰੀਕੇ ਨਾਲ ਦੁਖੀ ਹੈ। ਹਰੇਕ ਮਨੁੱਖ ਕਿਸੇ ਨਾ ਕਿਸੇ ਰੋਗ ਦਾ ਗ੍ਰਸਿਆ ਹੋਇਆ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੱਗ ਜਾਂਦੇ ਨੇ ਨਾ, ਉਹ ਕਮਲ ਦੇ ਫੁੱਲ ਵਰਗੇ ਹੋ ਜਾਂਦੇ ਨੇ। ਕਮਲ ਦਾ ਫੁੱਲ ਚਿੱਕੜ ਕਿੰਨਾ ਹੈ ਉਹਦੇ ਮੁੱਢ ਦੇ ਨਾਲ, ਪਰ ਉਹ ਲਿਪੜਦਾ ਨਹੀਂ, ਬਾਹਰ ਨਿਕਲਿਆ ਹੋਇਆ ਐਨ ਖਿੜਾਓ ਦੇ ਵਿੱਚ ਰਹਿੰਦਾ ਹੈ, ਖੁਸ਼ਬੂਆਂ ਪਿਆ ਵੰਡਦਾ ਹੁੰਦਾ, ਮੁੱਢ ਜਿਹੜਾ ਉਹਦਾ ਚਿੱਕੜ 'ਚ ਹੁੰਦਾ। ਇਸੇ ਤਰ੍ਹਾਂ ਸਾਡਾ ਮੁੱਢ ਕੀ ਹੈ? ਇਹ ਦੁੱਖਾਂ ਦੇ ਭਰੇ ਹੋਏ ਸੰਸਾਰ ਦੇ ਵਿੱਚ ਸਾਡਾ ਮੁੱਢ ਹੈ। ਔਰ ਇਸ ਤੋਂ ਚਿੱਕੜ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਨੀ ਹੈ, ਔਰ ਨਿਰਲੇਪ ਹੋ ਜਾਣਾ ਹੈ ਚਿੱਕੜ ਤੋਂ, ਵਰਤੋਂ ਵਰਤਾਓ ਦਾ ਰੱਖਣਾ ਹੈ। ਜੇ ਕਮਲ ਦੇ ਫੁੱਲ ਦਾ ਮੁੱਢ ਪੱਟ ਦਿੱਤਾ ਜਾਵੇ, ਜਿਹੜਾ ਚਿੱਕੜ 'ਚ ਹੈ ਉਹ ਸੁੱਕ ਜਾਵੇਗਾ। ਇਹ ਚੀਜ਼ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿ ਕੇ ਪਰਮਾਤਮਾ ਦੀ ਬੰਦਗੀ ਕੀਤੀ ਜਾ ਸਕਦੀ ਹੈ। ਔਰ ਇਉਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਭਾਈ ਸਾਜਨ ਮਨ ਆਨੰਦ ਹੈ, ਜੀਵਨ ਦੇ ਅੰਦਰ ਆਨੰਦ ਪੈਦਾ ਕਰੋ ਮਨ ਦੇ ਵਿੱਚ। ਰੋਣਾ ਧੋਣਾ ਬਹੁਤ ਹੈ ਜੀਵਨ ਦੇ ਅੰਦਰ, ਉਸ ਤੋਂ ਉੱਪਰ ਉੱਠ ਕੇ ਜੇ ਕੋਈ ਦੁੱਖ ਆ ਵੀ ਜਾਂਦਾ, ਦੁੱਖ ਨੂੰ ਦੁੱਖ ਨਹੀਂ ਸਮਝਣਾ, ਸਤਿਗੁਰੂ ਜੀ ਕਹਿੰਦੇ ਨੇ। ਤੇ ਫਿਰ ਉਹਦੀ ਅਵਸਥਾ ਉੱਚੀ ਹੁੰਦੀ ਜਾਵੇਗੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੋਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਸਤਿਗੁਰੂ ਜੀ ਕਹਿੰਦੇ ਸੁੱਖ ਨਾਲ ਬਾਹਲਾ ਲਗਾਓ ਵੀ ਨਹੀਂ ਕਰਨਾ, ਦੁੱਖਾਂ ਤੋਂ ਬਹੁਤਾ ਮਾਯੂਸ ਵੀ ਨਹੀਂ ਹੋਣਾ, ਬਸ ਇਹਨਾਂ ਦੋਵਾਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ ਹੈ।
ਨਿਰਲੇਪ ਹੋ ਜਾਣਾ ਹੈ। ਦੁੱਖ ਵੀ ਆਉਣੇ ਨੇ ਜੀਵਨ ਦੇ ਅੰਦਰ, ਸੁੱਖ ਵੀ ਆਉਣੇ ਨੇ। ਇਹਨਾਂ ਦੋਹਾਂ ਤੋਂ ਛੁਟਕਾਰਾ ਪਾਉਣ ਤੋਂ ਭਾਵ ਹੁੰਦਾ ਹੈ, ਦੁੱਖਾਂ ਤੋਂ ਨਿਜਾਤ ਪਾਉਣ ਦਾ ਭਾਵ ਹੁੰਦਾ ਹੈ ਕਿ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੱਗ ਜਾਣਾ। ਫਿਰ ਮਨੁੱਖ ਨੂੰ ਦੁੱਖਾਂ ਨੂੰ ਵੀ ਸਹਿਣਾ ਆ ਜਾਂਦਾ ਹੈ ਔਰ ਸੁੱਖਾਂ ਦੇ ਵਿੱਚ ਵੀ ਮਨੁੱਖ ਹੰਕਾਰੀ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਨਾਮ ਜਪਣ ਵਾਲੇ ਮਨੁੱਖ ਜਿਹੜੇ ਨੇ ਉਸ ਦਾ ਖਿੜਾਓ ਦੇ ਵਿੱਚ ਰਹਿੰਦੇ ਨੇ, ਆਨੰਦ ਦੇ ਵਿੱਚ ਰਹਿੰਦੇ ਨੇ। ਇਉਂ ਨਹੀਂ ਹੁੰਦਾ ਕਿ ਉਹਨਾਂ ਨੂੰ ਸਰੀਰਕ ਦੁੱਖ ਨਹੀਂ ਆਉਂਦਾ ਜਾਂ ਪਰਿਵਾਰਕ ਦੁੱਖ ਨਹੀਂ ਆਉਂਦਾ, ਸਮਾਜ ਦੇ ਵਿੱਚ ਕੋਈ ਦੁੱਖ ਨਹੀਂ ਹੁੰਦਾ, ਹੁੰਦਾ ਹੈ, ਪਰ ਉਹ ਦੁੱਖ ਨੂੰ ਪਾਸੇ ਕਰਕੇ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗੇ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਜਨ ਮਨ ਆਨੰਦ ਹੈ। ਉਹਨਾਂ ਗੁਰਮੁਖ ਸੱਜਣਾਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਖੇੜਾ ਪੈਦਾ ਹੋ ਜਾਂਦਾ ਹੈ। ਗੁਰ ਕਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜਿਹੜੇ ਮਨ ਕਰਕੇ ਜੁੜ ਜਾਂਦੇ। ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ, ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ। ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਨੇ ਨਾ ਆਪਣੇ ਮਨ ਦੇ ਅੰਦਰ ਸ਼ਬਦ ਨੂੰ ਵਸਾਉਣਾ ਕੀਤਾ ਹੈ। ਅੰਤਰ ਸ਼ਬਦ ਵਸਾਇਆ, ਮਨ ਦੇ ਅੰਦਰ ਸ਼ਬਦ ਨੂੰ ਵਸਾਉਣਾ ਕੀਤਾ ਗੁਰੂ ਦੇ ਨੂੰ। ਉਹਦੇ ਦੁਆਰਾ ਫਿਰ ਕੀ ਹੋਇਆ? ਦੁੱਖ ਕੱਟਿਆ। ਪ੍ਰਭੂ ਪਰਮਾਤਮਾ ਨੇ, ਗੁਰੂ ਦੇ ਸ਼ਬਦ ਨੇ ਉਹਦਾ ਦੁੱਖ ਕੱਟ ਦਿੱਤਾ। ਗੁਰਸਿੱਖ ਦਾ ਚੇਤੇ ਰੱਖਣਾ, ਕਈ ਵਾਰ ਜੀਵਨ ਦੇ ਅੰਦਰ ਇਉਂ ਪਰਤਾ ਕੇ ਵੇਖ ਲੈਣਾ, ਜੇ ਪ੍ਰਮਾਤਮਾ ਦੇ ਨਾਲ ਜੁੜ ਜਾਵਾਂਗੇ ਨਾ, ਨਾਮ ਜਪਦਿਆਂ ਸਿਮਰਨ ਕਰਦਿਆਂ ਜੇ ਜੀਵਨ ਦੇ ਅੰਦਰ ਦੁੱਖ ਆ ਗਿਆ, ਸਰੀਰਕ ਆ ਗਿਆ, ਆਰਥਿਕ ਆ ਗਿਆ, ਪਰਿਵਾਰਕ ਆ ਗਿਆ, ਸਮਾਜਿਕ ਆ ਗਿਆ, ਕੋਈ ਵੀ ਦੁੱਖ ਆ ਗਿਆ, ਆਪਾਂ ਫੇਰ ਵੀ ਨਾਮ ਜਪਣਾ ਨਹੀਂ ਛੱਡਦੇ, ਉਹਦੀ ਬੰਦਗੀ 'ਚ ਲੱਗੇ ਰਹਿੰਦੇ ਹਾਂ। ਜਿੰਨੇ ਕੁ ਜੋਗੇ ਹਾਂ, ਜਿੰਨਾ ਕੁ ਸਰੀਰ ਸਹਿੰਦਾ ਹੈ ਉਸ ਹਿਸਾਬ ਨਾਲ ਪ੍ਰਮਾਤਮਾ ਦੀ ਬੰਦਗੀ ਕਰੀ ਜਾਂਦੇ ਹਾਂ। ਫਿਰ ਕੀ ਹੋਏਗਾ? ਉਹ ਦੁੱਖ ਜਿਹੜਾ ਹੈ ਸਰੀਰ 'ਤੇ ਆਇਆ ਉਹ ਬਹੁਤਾ ਚਿਰ ਨਹੀਂ ਟਿਕ ਸਕੇਗਾ। ਜਿਹਨੇ ਕਈ ਮਹੀਨੇ ਰਹਿਣਾ ਸੀ ਜਾਂ ਕਈ ਦਿਨ ਉਸ ਦੁੱਖ ਨੇ ਸਾਨੂੰ ਰਹਿਣਾ ਸੀ ਸਾਡੇ ਸਰੀਰ ਦੇ ਉੱਤੇ ਜਾਂ ਪਰਿਵਾਰਕ ਦੇ ਵਿੱਚ, ਉਹ ਕੁਛ ਦਿਨਾਂ ਦੇ ਵਿੱਚ ਹੀ ਉਹ ਖਤਮ ਹੋ ਜਾਏਗਾ। ਕਿਉਂਕਿ ਉਹ ਖਤਮ ਹੋ ਜਾਂਦਾ ਹੈ। ਕਿਉਂ? ਗੁਰਬਾਣੀ ਦੇ ਨਾਲ ਉਹ ਦੁੱਖ ਦਾ ਖਾਤਮਾ ਹੋ ਜਾਂਦਾ ਹੈ। ਅਗਰ ਜੇ ਬਾਹਲੇ ਸੁੱਖ ਸਾਨੂੰ ਪਰਮਾਤਮਾ ਨੇ ਦੇ ਦਿੱਤੇ ਨਾ, ਤੇ ਉਹਨਾਂ ਸੁੱਖਾਂ ਦੇ ਵਿੱਚ ਵੀ ਆਪਾਂ ਰੁਝੇਵਿਆਂ ਦੇ ਵਿੱਚ, ਕਿਉਂਕਿ ਜਿਉਂ-ਜਿਉਂ ਮਾਇਆ ਜ਼ਿਆਦਾ ਆਉਂਦੀ ਹੈ ਰੁਝੇਵੇਂ ਵੱਧਦੇ ਜਾਂਦੇ ਨੇ। ਮਨੁੱਖ ਕਾਰੋਬਾਰ ਵੱਡਾ ਕਰਦਾ ਜਾਂਦਾ, ਜ਼ਿਆਦਾ ਰੁੱਝਦਾ ਜਾਂਦਾ। ਉਹਨਾਂ ਰੁਝੇਵਿਆਂ ਦੇ ਵਿੱਚੋਂ ਵੀ ਜੇ ਆਪਾਂ ਸਮਾਂ ਕੱਢ ਕੇ ਪਰਮਾਤਮਾ ਦੀ ਬੰਦਗੀ ਕਰਾਂਗੇ, ਨਾਮ ਜਪਾਂਗੇ, ਉਹ ਸੁੱਖ ਜਿਹੜੇ ਨੇ, ਸੁੱਖਾਂ ਦਾ ਸਮਾਂ ਫਿਰ ਲੰਬੀਰਾ ਹੋ ਜਾਏਗਾ, ਪਰਮਾਤਮਾ ਹੋਰ ਸੁੱਖ ਦੇਵੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਅੰਤਰ ਸ਼ਬਦ ਵਸਾਇਆ, ਪਰਮਾਤਮਾ ਦੇ ਸ਼ਬਦ ਨੂੰ ਆਪਣੇ ਮਨ ਦੇ ਅੰਦਰ ਵਸਾ ਲਿਆ, ਭਰੋਸਾ ਆ ਗਿਆ ਗੁਰੂ ਦੇ ਉੱਤੇ, ਦੁੱਖ ਕੱਟਿਆ। ਗੁਰੂ ਨੇ ਫਿਰ ਦੁੱਖ ਕੱਟ ਦਿੱਤਾ। ਜਿਹੜਾ ਲੰਮਾ ਸਮਾਂ ਚੱਲਣਾ ਸੀ ਉਹ ਪਲਾਂ ਦੇ ਵਿੱਚ ਹੀ ਸਤਿਗੁਰਾਂ ਨੇ ਕੱਟ ਦਿੱਤਾ। ਚਾਨਣ ਕੀਆ ਕਰਤਾਰ, ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਨੇ ਗਿਆਨ ਦਾ ਚਾਨਣ ਬਖਸ਼ ਦਿੱਤਾ। ਤੇ ਸਤਿਗੁਰੂ ਜੀ ਕਹਿੰਦੇ ਫਿਰ ਨਾਨਕ ਰੱਖਣਹਾਰਾ ਰਖਸੀ, ਉਹ ਜਿਹੜਾ ਰੱਖਣਹਾਰਾ ਪ੍ਰਭੂ ਹੈ ਨਾ, ਆਪਣੇ ਭਗਤਾਂ ਦੀ ਰਾਖੀ ਕਰਨ ਵਾਲਾ, ਉਹ ਤੈਨੂੰ ਵੀ ਰੱਖੇਗਾ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਕਰਕੇ ਉਹ ਤੇਰੇ ਉੱਤੇ ਵੀ ਬਖਸ਼ਿਸ਼ ਕਰੇਗਾ, ਤੈਨੂੰ ਵੀ ਰੱਖ ਲਵੇਗਾ। ਮਹੱਲਾ ਤੀਜਾ। ਗੁਰ ਕੀ ਸੇਵਾ ਚਾਕਰੀ ਭੈ ਰਚ ਕਾਰ ਕਮਾਏ, ਜਿਹਾ ਸੇਵੈ ਤੇ ਹੋਵੈ, ਜੇ ਚੱਲੈ ਤਿਸੈ ਰਜਾਏ। ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਗੁਰ ਕੀ ਸੇਵਾ ਚਾਕਰੀ, ਸਤਿਗੁਰੂ ਜੀ ਕਹਿੰਦੇ ਜੇ ਗੁਰੂ ਦੀ ਸੇਵਾ ਕਰਨੀ ਹੈ ਨਾ, ਸੇਵਾ ਦਾ ਅਰਥ ਹੁੰਦਾ ਸਿਮਰਨ ਵੀ, ਸੇਵਾ ਦਾ ਅਰਥ ਇਹ ਵੀ ਹੈ ਗੁਰੂ ਘਰ ਦੇ ਵਿੱਚ ਜਿਵੇਂ ਲੰਗਰਾਂ ਦੀ ਸੇਵਾ ਕਰਨੀ, ਝੂਠੇ ਬਰਤਨਾਂ ਦੀ ਸੇਵਾ ਕਰਨੀ, ਲੰਗਰ ਵਰਤਾਉਣ ਦੀ ਸੇਵਾ ਕਰਨੀ, ਝਾੜੂ ਮਾਂਜੇ ਦੀ ਸੇਵਾ ਕਰਨੀ, ਇਹ ਵੀ ਸੇਵਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਸੇਵਾ ਕਰਦਿਆਂ ਨਾ ਚਾਕਰ ਬਣ ਜਾ। ਚਾਕਰ ਤੋਂ ਭਾਵ ਹੁੰਦਾ ਹੈ ਨਿਸ਼ਕਾਮ ਸੇਵਾ, ਜਿਹਦੇ ਵਿੱਚ ਕੋਈ ਮੰਗ ਨਾ ਹੋਵੇ, ਉਹਨੂੰ ਨਿਸ਼ਕਾਮ ਸੇਵਾ ਕਹਿੰਦੇ ਨੇ।
एक नौकर हुंदा है, नौकर तो भाव हुंदा जिन्हें नौकरी करदा है उन्हें पैसा लेना है। चाकर तो भाव हुंदा है जिन्हें कुछ नहीं लेना पर सेवा करदा है। सतगुरु जी कहते जो गुरु घर दे विच सेवा करनी है, सिमरन करना है ना, तो चाकर बन के कर। तेरे मन दे विच किसी प्रकार की कोई मंग ना होवे जदों सेवा कर रहा हुंदा है। अक्सर बहुतात इउं ही हुंदा ना दुनिया के अंदर। पहली गल तो शर्तां लाइयां जांदियां ने, महाराज साडा आह काम कर दे, असीं फिर तेरे घर दे विच सवा महीना झाड़ू मांजा करांगे, सेवा हल करांगे। शर्तां लाइयां जांदियां रब नाल। और साडा प्रभु आ सानूं दात बख्श दे, फिर असीं तेरा अखंड पाठ करावांगे। कराउणा माड़ी गल नहीं, सेवा करनी माड़ी गल नहीं, पर रब नाल शर्तां नहीं लाई दियां। इउं कहीदा सच्चे पातशाह साडे मन की मुराद पूरी कर, तेरियां बख्शियां होईयां दातां दे विचों मेरे मालका फिर तेरे चरण परसांगे। इउं निमरता दे विच मालक दे चरनां विच बेनती करनी है। लफ्जां दा ही फर्क है, निमरता आ जाती है मन के अंदर। इउं सतगुरु जी बख्शिश करते हैं, भाई गुर की सेवा चाकरी, गुरु की सेवा कर पर चाकर बन के कर, निष्काम सेवा कर। मन के अंदर बहुतियां जड़ियां तेरियां बहुतियां ख्वाहिशां ने उन्होंने दबा के प्रभु परमात्मा के घर विच सेवा कर। भै रच कार कमाए, परमात्मा के डर दे विच भै रच। भै दा अर्थ हुंदा डर, उस मालक के डर दे विच कार कमाए। कार दा अर्थ हुंदा है जिवें आपां आम ही कह दिंदे कार सेवा। वो कार कर गुरु घर दे विच आके, गुरु दे भै दे विच रह के, डर दे विच रह के परमात्मा की बंदगी करदा होया उसदी सेवा कर। ते सतगुरु जी कहंदे जिहा सेवा है बड़ी उच्ची अवस्था बन जाती है। ये धन गुरु अमरदास सच्चे पातशाह जी का जीवन का अनुभव है जिहड़ा साडे सामने रखते हैं। उन्होंने 12 साल सेवा की गागर ढोण दी कीती। किंदी साहिब श्री गुरु अंगद जी महाराज सच्चे पातशाह जी की। रिश्ते दे विच कुड़मा जारी है। धन गुरु अमरदास सच्चे पातशाह जी के भरा दी नूह है बीबी अमरो, जिहड़ी साहिब श्री गुरु अंगद जी महाराज सच्चे पातशाह जी की सपुत्री है। पर वेखो दुनिया के लोग रिश्तेदारियां दे विच इउं कहिंदे सुणदे आ आपां कि धीआं वालियां दा सिर नीवां हुंदा है। पर इत्थे गुरु घर दे विच खेड उल्टी वरती, क्योंकि रिश्तेदारी नूं समझिया नहीं। उम्र दे विच भी तकरीबन 25 साल वड्डे ने बाबा अमरदास जी साहिब श्री गुरु अंगद देव महाराज सच्चे पातशाह जी तो। 25 साल वड्डी उम्र है। फिर भी 12 साल सेवा गागर ब्यासा दरिया दे विचों भर के लियाउणी और लिया के सतगुरां नूं अमृत वेले अद्धी रात उठ पैना सतगुरां ने, और लिया के वो गागर जिहड़ी सी उहदे नाल सतगुरां दा इशनान कराउणा ते निष्काम सेवा की। उन्हां मन के अंदर इउं नहीं सी भी जे गुरु जी पुछणगे तो मैं उन्हां कोलों की मंगना है की नहीं मंगना। कुछ मंगिया ही नहीं कुछ मंगिया। लोक परलोक दे तख्तो ताज जिहड़े सी वो बख्शे गए। निष्काम सेवा दे विच बहुत छुपियां दातां हुंदियां ने, छुपियां दातां हुंदियां ने जिहदा आपां अंदाजा भी नहीं ला सकते। भावें धुरों लिखी गुरगद्दी सी पर कदे बाबा अमरदास जी ने अंदाजा नहीं लाया होना कि जीवन दे विच लोक और परलोक दे चवर छत्र तख्त जिहड़े ने वो मैनूं प्राप्त हो जाणगे। इस करके सतगुरु जी कहते हैं निष्काम सेवा जिहड़ी है वो प्रभु परमात्मा के दरबारां दी करनी चाहिए है। तो फिर एडी अवस्था उन्होंने मिली जिहड़ा वचन कर रहे हैं जिहा सेवा तेहो होवे। जिहो जिहा सिमरन किया उहो जिहा ही उहदा ही रूप हो गया। साहिब श्री गुरु अंगद देव महाराज का ही रूप हो गया ना जो गुरगद्दी से विराजमान हो गए साहिब श्री गुरु अमरदास पातशाह जी। सतगुरु जी कहते जिहो सेवा तेहो होवे, उहदा रूप हो गया। पर होना किवें है जे चलै तिसै रजाई। जे परमात्मा की रजा दे विच चलेगा, जिवें उहनूं परमात्मा नूं भाउंदा उहदे अनुसार चलेगा, सतगुरु जी कहते उहदा ही रूप हो जाएगा।
नानक सब किश आप है, अवर न दूजी जाय। सतगुरु गुरु अमरदास सच्चे पातशाह बख्शिश करते ने, नानक सब किश आप है। जिन्हां दी एडी उच्ची अवस्था बन गई, परमात्मा नाल डूंगी सांझ पै गई, ਉਹਦਾ ही रूप बन गए। सतगुरु जी कहते फिर जरे जरे विच उन्हां नूं परमात्मा ही नज़र आउंदा है, सब किश आप है। उन्हां नूं इउं समझ लग जाती है भी जरे जरे विच वो आप ही परमात्मा वसदा पिया। अवर ना दूजी जाए, जाए का अर्थ हुंदा जगह थां, ਉਹਦੇ ਤੋਂ ਬਿਨਾ ਕੋਈ ਥਾਂ ਹੋਰ ਹੈ ਹੀ ਨਹੀਂ ਹੈ। परमात्मा तो बिना वो जरे जरे विच वसदा नज़र आउंदा है। किनूं? ਜਿਹੜੇ ਉਹਦਾ ਹੀ रूप हो गया, ਉਹਦਾ सिमरन कर करके, नाम जप जप के, बंदगी कर करके ਉਹਦੇ ਵਿੱਚ ਹੀ ਲੀਨ हो गए। ਹੁੰਦੇ कौन ने? गुर कृपा जी नर को कीनी, ते ਇਹ जुगत पछानी, नानक लीन भयो गोबिंद स्यों, ज्यों पानी संग पानी। परमात्मा ਦੇ ਵਿੱਚ ਹੀ परमात्मा ਦਾ ਹੀ रूप हो ਜਾਂਦੇ ਨੇ। ਜਿਹੜੇ परमात्मा ਦੀ ਬੰਦਗੀ, ਨਿਸ਼ਕਾਮ ਬੰਦਗੀ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਂਦਿਆਂ ਹੋਇਆਂ ਆਪਾਂ ਵੀ ਬੇਨਤੀਆਂ ਕਰਿਆ ਕਰੀਏ, ਸੱਚੇ ਪਾਤਸ਼ਾਹ ਏਡੀ ਅਵਸਥਾ ਨਾ ਸਹੀ, ਏਡੀ ਵੱਡੀ ਸਾਡੀ ਝੋਲੀ ਨਹੀਂ ਹੈ, ਹਿਰਦਾ ਨਹੀਂ ਹੈ ਸਾਡਾ ਏਡਾ ਵੱਡਾ ਕਿ ਤੇਰਾ ਰੂਪ ਬਣ ਸਕੀਏ। ਪਰ ਸੱਚੇ ਪਾਤਸ਼ਾਹ ਇਉਂ ਬਖਸ਼ਿਸ਼ਾਂ ਕਰਦੀ, ਤੇਰੀ ਗੁਰਬਾਣੀ ਜਿਹੜੀ ਹੈ ਸਾਡੇ ਹਿਰਦੇ ਦੇ ਅੰਦਰ ਵਸ ਜਾਵੇ। ਇਉਂ ਬੇਨਤੀਆਂ ਕਰਦੇ ਹੋਏ ਸਤਿਗੁਰੂ ਜੀ ਦੀ ਕਥਾ ਵਿਚਾਰਾਂ ਦੀ ਆਪਾਂ ਅੱਜ ਦੇ ਸਮੇਂ ਇੱਥੇ ਸਮਾਪਤੀ ਕਰਦੇ ਹਾਂ। ਬੇਅੰਤ ਹੋਈਆਂ ਭੁੱਲਾਂ ਸਤਿਗੁਰੂ ਬਖਸ਼ ਲੈਣਗੇ, ਸਮਤ ਬਖਸ਼ਣ। ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਆਪਾਂ ਸਫਲਾ ਕਰ ਲੈਣਾ ਹੈ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।